ਅੱਜ ਦੇ ਦਿਨ 8 ਅਪ੍ਰੈਲ ਨੂੰ ਹੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਉਸ ਸਮੇਂ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਬੰਬ ਸਿੱਟ ਕੇ ਉਸ ਸਮੇਂ ਦੀ ਗੋਰੀ ਸਰਕਾਰ ਵੱਲੋਂ ਜਿਹੜੇ ਕਾਲੇ ਕਾਨੂੰਨ ਲਿਆ ਕੇ ਉਸ ਸਮੇਂ ਦੀ ਆਵਾਮ ਅਤੇ ਬੁੱਧੀਜੀਵੀਆਂ ਤੇ ਕ੍ਰਾਂਤੀਕਾਰੀਆਂ ਨੂੰ ਦਬਾਉਣ ਵਾਸਤੇ ਜਿਹੜੇ ਕਾਲੇ ਕਾਨੂੰਨ ਲਿਆ ਕੇ ਕੀ ਲਿਆਂਦੇ ਜਾ ਰਹੇ ਸਨ, ਉਹਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਸਤੇ ਅਸੈਂਬਲੀ 'ਚ ਬੰਬ ਸੁੱਟਿਆ ਸੀਗਾ। ਤੇ ਉਸੇ ਤਰ੍ਹਾਂ ਹੀ ਅੱਜ 8 ਅਪ੍ਰੈਲ ਨੂੰ ਵੀ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਜਿਹੜੀਆਂ ਕਮਿਊਨਿਸਟ ਪਾਰਟੀ ਨਿਊ ਡੈਮੋਕ੍ਰੇਟ ਵੱਲੋਂ ਵੀ ਉਹਦੀ ਅਗਵਾਈ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਜਿਹੜੀਆਂ ਜਨਵਾਦੀ ਸੰਸਥਾਵਾਂ ਹੈਗੀਆਂ, ਪਾਰਟੀਆਂ, ਜਥੇਬੰਦੀਆਂ ਇਕੱਠੇ ਹੋ ਕੇ ਅੱਜ ਜਿਹੜਾ ਇਹ ਸੰਘਰਸ਼ ਕਰ ਰਹੀਆਂ ਇਸ ਸਮੇਂ ਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਅਤੇ ਜਿਹੜੇ ਉਹਨਾਂ ਵੱਲੋਂ ਜੇਲ੍ਹਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਕੈਦੀ ਆ ਉਹਨਾਂ ਨੂੰ ਛੱਡਿਆ ਨਹੀਂ ਜਾਣ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਆ। ਚਾਹੇ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਨੇ, ਚਾਹੇ ਜਿਹੜੇ ਸਟੇਟਾਂ ਦੇ ਹੱਕ ਖੋਏ ਜਾ ਰਹੇ ਨੇ। ਆਓ ਇੱਥੇ ਪਹੁੰਚੇ ਹੋਏ ਲੀਡਰਾਂ ਤੇ ਲੋਕਾਂ ਨਾਲ ਗੱਲ ਕਰਕੇ ਜਾਣਦੇ ਆ ਕੀ ਆ ਅੱਜ ਦੇ ਉਹਨਾਂ ਦੇ ਜਿਹੜੇ ਇਸ ਮੁਜ਼ਾਹਰੇ ਦਾ ਮਕਸਦ ਤੇ ਕੀ ਉਹ ਕਹਿੰਦੇ ਨੇ। ਅੱਜ ਇੱਥੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚੋਂ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਨਵਾਦੀ ਦੀ ਇਕਾਈ ਜਿਹੜੀ ਹੈ ਜ਼ਿਲ੍ਹੇ ਦੀ, ਉਹਦੇ ਵੱਲੋਂ ਪਾਰਟੀ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਜੇਲ੍ਹੀ ਡੱਕੇ ਜਿਹੜੇ ਬੁੱਧੀਜੀਵੀ ਹੈ ਉਹਨਾਂ ਦੀ ਰਿਹਾਈ ਲਈ, ਜਿਹੜੇ ਕੈਦੀ ਜਿਹੜੇ ਹੈ ਸਿੱਖ ਕੈਦੀ ਤੇ ਦੂਸਰੇ ਕੈਦੀ ਜਿੰਨੇ ਵੀ ਹੈਗੇ ਆ ਉਹ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਲਈ, ਤੇ ਜਿਹੜਾ ਕੁਛ ਬਾਕੀ ਮੁਲਕ 'ਚ ਹੋ ਰਿਹਾ ਵਰਤਾਰਾ ਜਿਸ ਤਰ੍ਹਾਂ ਦਾ ਵਾਪਰ ਰਿਹਾ, ਘੱਟ ਗਿਣਤੀਆਂ ਨਾਲ ਦੁਰਵਿਵਹਾਰ, ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨਾਲ ਜਿਹੜਾ ਵਰਤਾਓ ਹੋ ਰਿਹਾ ਉਸ ਦੇ ਖਿਲਾਫ ਜਿਹੜਾ ਆ ਔਰ ਲੋਕਾਂ ਨੂੰ ਜਗਾਉਣ ਲਈ ਤੇ ਸਰਕਾਰ ਨੂੰ ਇਹ ਜਿਹੜਾ ਹੈਗਾ ਸੰਦੇਸ਼ ਦੇਣ ਲਈ ਵੀ ਲੋਕ ਇਹਨਾਂ ਗੱਲਾਂ ਨੂੰ ਤੁਹਾਡੀਆਂ ਨੂੰ ਸਮਝਦੇ ਆ ਔਰ ਇਹ ਬਹੁਤੀ ਦੇਰ ਤੱਕ ਤੁਹਾਡਾ ਇਹ ਜਿਹੜਾ ਫਰੇਬ ਹੈ ਇਹ ਲੋਕਾਂ ਨਾਲ ਜਾਤੀਆਂ ਇਹ ਚੱਲਣ ਵਾਲੀਆਂ ਨਹੀਂ। ਤੇ ਅੱਜ ਪੂਰੇ ਪੰਜਾਬ 'ਚ ਜਿਹੜਾ ਆ ਪਾਰਟੀ ਦੇ ਸੱਦੇ 'ਤੇ ਇਸ ਤਰ੍ਹਾਂ ਦੇ ਇਕੱਠ ਕੀਤੇ ਗਏ ਆ, ਜਿਹਦੇ ਨਾਲ ਇਸ ਜ਼ਿਲ੍ਹਾ ਪੱਧਰ 'ਤੇ ਵੀ ਇਹ ਇਕੱਠ ਕੀਤਾ ਗਿਆ। ਅੱਜ ਦਾ ਇੱਕ ਇਤਿਹਾਸਕ ਦਿਨ ਹੈ, ਮਹੱਤਵ ਹੈ ਕਿ 8 ਅਪ੍ਰੈਲ 1929 ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਉਹਨਾਂ ਨੇ ਜਿਹੜਾ ਹੈਗਾ ਨੈਸ਼ਨਲ ਅਸੈਂਬਲੀ ਦੇ ਵਿੱਚ ਸਾਡੀ ਜਾਂ ਅੰਗਰੇਜ਼ ਦਾ ਰਾਜ ਸੀਗਾ ਉਦੋਂ ਜਦੋਂ ਪਬਲਿਕ ਸੇਫਟੀ ਬਿੱਲ ਜਿਹੜਾ ਹੈਗਾ ਉਹ ਪਾਸ ਕੀਤਾ ਜਾ ਰਿਹਾ ਸੀਗਾ ਦਿੱਲੀ ਦੇ ਵਿੱਚ, ਤੇ ਉਹਦੇ ਵਿੱਚ ਜਿਹੜਾ ਪਬਲਿਕ ਡਿਸਪਿਊਟਸ ਐਕਟ ਸੀਗਾ ਉਹ ਪਾਸ ਕੀਤਾ ਜਾ ਰਿਹਾ ਸੀਗਾ। ਉਦੋਂ ਜਿਹੜਾ ਹੈ ਲੋਕਾਂ ਦੀ ਜਿਹੜੀ ਮੁਖਾਲਫਤ ਸੀਗੀ, ਭਾਰਤੀ ਲੋਕਾਂ ਦੀ ਉਹਨੂੰ ਮੁਖਾਲਫਤ ਸੀ, ਹਿੰਦੁਸਤਾਨੀ ਲੋਕਾਂ ਦੀ ਮੁਖਾਲਫਤ ਸੀਗੀ, ਉਹਨੂੰ ਉਹ ਬਿਲਕੁਲ ਦਰਕਿਨਾਰ ਕਰ ਰਹੇ ਸੀ। ਤੇ ਉਹਨੂੰ ਜਿਹੜੇ ਆ ਇਹ ਆਵਾਜ਼ ਲੋਕਾਂ ਦੀ ਸੁਣਨ ਲਈ ਜੀ ਭਗਤ ਸਿੰਘ ਉਹਨਾਂ ਦੇ ਆਪਣੇ ਲਫ਼ਜ਼ਾਂ ਵਿੱਚ ਕਿ ਇਹ ਇਸ ਤਰ੍ਹਾਂ ਦਾ ਬੰਬ ਜਿਹੜਾ ਹੈਗਾ ਉਹ ਸੁੱਟਿਆ ਗਿਆ ਜਿਹਦਾ ਕਿ ਸਿਰਫ ਮਤਲਬ ਇਹ ਸੀ ਵੀ ਉੱਚੀ ਆਵਾਜ਼ ਆਵੇ, ਪਟਾਕਾ ਜ਼ੋਰ ਦੀ ਵਜੇ ਤੇ ਕੋਈ ਜਾਨੀ ਨੁਕਸਾਨ ਨਾ ਹੋਵੇ, ਤੇ ਉਹ ਬੰਬ ਚਲਾਇਆ ਗਿਆ ਸੀ। ਅੱਜ ਦਾ ਦਿਨ ਉਸ ਮਹੱਤਵਪੂਰਨ ਹੈ। ਇਸ ਕਰਕੇ ਅੱਜ ਦੇ ਦਿਨ ਤੇ ਭਾਰਤੀ ਕਮਿਊਨਿਸਟ ਪਾਰਟੀ ਨੇ ਮਾਰਕਸਵਾਦੀ ਲੈਨਨਵਾਦੀ ਨੇ ਜਿਹੜਾ ਹੈਗਾ ਪੰਜਾਬ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਜਿਹੜੇ ਬਹੁਤ ਵੱਡੇ ਚਿੰਤਕ ਹੈ, ਬੁੱਧੀਜੀਵੀ ਹੈ, ਕਲਾਕਾਰ ਹੈ, ਪੱਤਰਕਾਰ ਹੈ, ਬਹੁਤ ਸਾਰੇ ਜਿਹੜੇ ਸਾਡੇ ਸਮਾਜ ਦੇ ਵੱਖਰੇ ਕਿੱਤੇ ਆ ਉਹਨਾਂ ਨਾਲ ਸੰਬੰਧਿਤ ਜਿਹੜੇ ਲੋਕ ਪੱਖੀ ਕਾਰਕੁਨ ਹੈ, ਜਿਹੜੇ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਆ ਤੇ ਉਹਨਾਂ ਦਾ ਰਾਸਤਾ ਹੱਲ ਕਰਨ ਦਾ ਕਿ ਇਹਨਾਂ ਦੇ ਜਿਹੜੇ ਗਰੀਬਾਂ ਦੇ ਉਹ ਹੱਲ ਕਰਨੇ ਚਾਹੀਦੇ। ਜਿਵੇਂ ਦਲਿਤ ਹੈ, ਦਲਿਤਾਂ ਦੇ ਚਿੰਤਕ ਹੈ, ਜਿਵੇਂ ਜਿਹੜੇ ਬੁੱਧੀਜੀਵੀ ਉਹ ਲੋਕ ਹੈ ਉਹਨਾਂ 'ਚ ਉਹ ਵੀ ਸ਼ਾਮਲ ਹੈ ਜਿਹੜੇ ਕਿ ਜਿਹੜੇ ਆਦਿਵਾਸੀਆਂ ਦੇ ਹੱਕਾਂ ਲਈ ਲੜਨ ਵਾਲੇ ਸੁਦਾ ਭਾਸਕਰ ਵਰਗੇ, ਜਿਹੜੇ ਕਵੀ ਨੇ ਬਰਬਰਾ ਰਾਓ ਵਰਗੇ, ਜਿਹੜੇ ਗੌਤਮ ਨਲੱਖਾ ਵਰਗੇ ਚਿੰਤਕ ਹੈ, ਜਿਹੜੇ ਕਿ ਦੁਨੀਆ ਪੱਧਰ ਤੇ ਮਸ਼ਹੂਰ ਜਿਹੜੀ ਭਾਰਤ ਦੀ ਪੋਲੀਟੀਕਲ ਐਂਡ ਇਕਨੋਮਿਕ ਵੀਕਲੀ ਹੈ ਉਹਦੇ ਐਡੀਟਰ ਰਹੇ ਨੇ, ਔਰ ਜਿਹੜੇ ਬਹੁਤ ਵੱਡੇ ਵਕੀਲ ਹੈ ਉਹ ਜਿਹੜੇ ਬੰਬੇ ਪ੍ਰੈਕਟਿਸ ਕਰਦੇ ਆ, ਜਿਵੇਂ ਦਲਿਤ ਚਿੰਤਕ ਹੈ ਦਿਲ ਦੁੰਬੜੇ, ਉਹ ਸਾਰੇ ਜਿਹੜੇ ਹੈ ਸਾਜ਼ਿਸ਼ੀ ਕੇਸ ਬਣਾ ਕੇ ਔਰ ਉਹਦੇ 'ਚ ਮੱਧਭਾਗਾ ਹਿੱਸਾ ਇਹ ਹੈ ਕਿ ਜਿਹੜਾ ਇਜ਼ਰਾਈਲ ਤੋਂ ਪੈਗਾਸਸ ਲਿਆ ਕੇ ਵਰਤ ਕੇ ਔਰ ਇਹ ਜਿਹੜਾ ਹੈਗਾ ਰਿਪੋਰਟਾਂ ਆ ਚੁੱਕੀਆਂ ਉਹਨਾਂ ਨੂੰ ਕਿਵੇਂ ਜਿਹੜਾ ਹੈਗਾ ਉਹ ਡੱਕਿਆ ਗਿਆ ਆ, ਉਹ ਸਾਰਾ ਜਿਹੜਾ ਉਸ ਦੇ ਖਿਲਾਫ ਲੋਕਾਂ ਨੂੰ ਜਗਾਉਣ ਦੇ ਲਈ, ਲੋਕਾਂ ਨੂੰ ਸੁਚੇਤ ਕਰਨ ਦੇ ਲਈ ਵੀ ਇਹ ਜਿਹੜੇ ਹਮਲੇ ਹੈ ਇਹ ਕਿਸੇ ਵੀ ਜਮਹੂਰੀ ਦੇਸ਼ ਲਈ ਇਹ ਤਾਂ ਨਿਆਂ ਦੀ ਜਿਹੜੀ ਪਹਿਲੀ ਜਿਹੜੀ ਹੈਗੀ ਆ ਤੁਸੀਂ ਕਹਿ ਸਕਦੇ ਆ ਕਿ ਪਹਿਲੀ ਸ਼ਰਤ ਹੈ ਨਿਆਂ ਸ਼ਾਸਤਰ ਦੀ ਵੀ ਕੋਈ ਵੀ ਜਮਹੂਰੀ ਦੇਸ਼ ਦੇ ਵਿੱਚ ਜਿਹੜਾ ਹੈਗਾ ਕਾਨੂੰਨ ਦਾ ਰਾਜ ਹੋਏਗਾ ਤੇ ਕਾਨੂੰਨ ਇਹ ਕਿਸੇ ਨੂੰ ਵੀ ਆਗਿਆ ਨਹੀਂ ਦਿੰਦਾ ਕਿ ਬਿਨਾਂ ਮੁਕੱਦਮਾ ਚਲਾਏ
ਤੁਸੀਂ ਕਿਸੇ ਨੂੰ ਜਿਹੜਾ ਹੈਗਾ ਜੇਲ੍ਹਾਂ 'ਚ ਡੱਕ ਰੱਖੋ। ਤੇ ਜਦੋਂ ਸਰਕਾਰਾਂ ਖੁਦ ਹੀ ਜਿਹੜੀਆਂ ਉਸ ਕਾਨੂੰਨ ਨੂੰ ਨਾ ਮੰਨਣ ਤਾਂ ਲੋਕਾਂ ਕੋਲ ਕੀ ਪਾ ਰਹਿ ਜਾਂਦਾ ਹੈ। ਤੇ ਇਸ ਕਰਕੇ ਅੱਜ ਦਾ ਇਹ ਇਕੱਠ ਜਿਹੜਾ ਹੈ ਕੀਤਾ ਗਿਆ ਆ ਤੇ ਅਸੀਂ ਤਾਂ ਕਿ ਲੋਕਾਂ ਨੂੰ ਇਹਦੀ ਜਾਗਰਤ ਪੈਦਾ ਕੀਤੀ ਜਾਵੇ ਤੇ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਵਿਰੋਧ ਕੀਤਾ ਜਾ ਸਕੇ। ਔਰ ਜਿਸ ਤਰ੍ਹਾਂ ਦੇ ਹਮਲੇ ਘੱਟ ਗਿਣਤੀਆਂ ਦੇ ਲਗਾਤਾਰ ਹੋ ਰਹੇ, ਅਸਲੋਂ ਮਸਲਾ ਇਹ ਘੱਟ ਗਿਣਤੀਆਂ ਨੂੰ ਤਾਂ ਨਿਸ਼ਾਨਾ ਬਣਾਇਆ ਜਾ ਰਿਹਾ ਜਿਵੇਂ ਕਾਰਪੋਰੇਟ ਰਾਜ ਹੈ, ਕਿਉਂਕਿ ਸੰਕਟ ਆਰਥਿਕ ਹੈ। ਉਸ ਆਰਥਿਕ ਸੰਕਟ ਨੂੰ ਹੱਲ ਕਰਨ ਦਾ ਇਹਨਾਂ ਕੋਲ ਕੋਈ ਤਰੀਕਾ ਨਹੀਂ, ਇਸ ਨਿਜ਼ਾਮ ਕੋਲ ਕੋਈ ਰਸਤਾ ਨਹੀਂ ਹੈ। ਤਾਂ ਉਹਦੇ 'ਚ ਲੋਕਾਂ ਨੂੰ ਉਲਝਾ ਕੇ ਜਾਤ ਪਾਤ ਦੇ ਵਿੱਚ, ਧਰਮਾਂ ਦੇ ਵਿੱਚ, ਘੱਟ ਗਿਣਤੀਆਂ ਦੇ ਖਿਲਾਫ ਆਪਸ ਵਿੱਚ ਝਗੜੇ ਪਾ ਕੇ ਲੋਕ ਕਿਤੇ ਜਿਹੜੇ ਆ ਇਸ ਰਾਜ ਦੇ ਖਿਲਾਫ ਨਾ ਖੜ ਜਾਣ, ਉਸ ਜਿਹੜਾ ਹੈਗਾ ਇਸ ਜਿਹੜਾ ਹੈਗਾ ਸਾਰਾ ਜਥੇਬੰਦਕ ਤਰੀਕੇ ਨਾਲ RSS ਦੀ ਖੇਡ ਬਣਾਈ ਹੋਈ ਹੈ। RSS ਨੇ ਆਪਣਾ ਕੰਮ ਪੂਰਾ ਕਰਨ ਵੱਲ ਨੂੰ ਜਿਹੜਾ ਕਾਰਪੋਰੇਟਰਾਂ ਨਾਲ ਸਮਝੌਤਾ ਕੀਤਾ ਹੈ ਕਿ ਇਸ ਦੇਸ਼ ਨੂੰ ਜਿਹੜਾ ਹੈਗਾ ਇੱਕ ਹਿੰਦੂ ਰਾਸ਼ਟਰ ਬਣਾਉਣਾ, ਉਧਰ ਨੂੰ ਸਿੱਧਤ ਹੈ। ਤੇ ਦੂਜੇ ਪਾਸੇ ਜਿਹੜਾ ਹੈਗਾ ਕਾਰਪੋਰੇਟਰਾਂ ਨੂੰ ਇਹ ਹੈ ਕਿ ਉਹਨਾਂ ਦਾ ਜਿਹੜਾ ਸਾਰੇ ਹੱਕ ਹਕੂਕ ਹੈ ਉਹਨਾਂ ਨੂੰ ਹੋਰ ਵਧਣ ਦਾ, ਦੁਨੀਆ ਪੱਧਰ ਦੇ ਕਾਰਪੋਰੇਟਰਾਂ ਦੇ ਉੱਪਰ ਦੀ ਮੁਕਾਬਲਾ ਕਰਨ ਦੇ ਲਈ ਉਹਨਾਂ ਖੜੇ ਹੋ ਜਾਣ, ਉਹ ਸਾਰਾ ਸਰਮਾਇਆ ਉਹਨਾਂ ਕੋਲ ਇਕੱਠਾ ਹੋ ਰਿਹਾ। ਤਾਂ ਇਹ ਨੀਤੀਆਂ ਦੇ ਵਿਰੋਧ 'ਚ ਵੀ ਅਸੀਂ ਅਜੇ ਇਕੱਠ ਕਰ ਰਹੇ ਹਾਂ। ਸੋ ਅੱਜ ਦੀ ਇਕੱਤਰਤਾ ਨਵੇਂ ਸ਼ਹਿਰ ਤੋਂ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ, ਜੋ ਕਿ ਬੁੱਧੀਜੀਵੀ, ਪੱਤਰਕਾਰ ਜਾਂ ਸਿੱਖ ਕੈਦੀ ਜਿਹੜੇ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਇਸ ਸੰਬੰਧ ਵਿੱਚ ਅੱਜ ਦੀ ਇਕੱਤਰਤਾ ਕੀਤੀ ਗਈ ਹੈ। ਤਾਂ ਕਾਫੀ ਲੰਬੇ ਸਮੇਂ ਤੋਂ ਜੋ ਕਾਨੂੰਨ ਮੁਤਾਬਕ ਸਰਕਾਰ ਨੇ ਇਲਜ਼ਾਮ ਲਾਏ ਸੀ ਸਿੱਖ ਕੈਦੀਆਂ ਦੇ ਉੱਤੇ, ਉਹ ਪੂਰੇ ਕਰ ਚੁੱਕੇ ਹਨ। ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਬੁੱਧੀਜੀਵੀ ਜਿਹੜੇ ਕਿ ਆਪਣੀਆਂ ਲਿਖਤਾਂ ਦੇ ਅਨੁਸਾਰ ਸਮਾਜ ਨੂੰ ਜਾਗਰੂਕ ਕਰਦੇ ਹਨ, ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਂਦੇ ਹਨ, ਸੋ ਉਹਨਾਂ ਨੂੰ ਵੀ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ। ਇਸੇ ਪ੍ਰਕਾਰ ਬਹੁਤ ਸਾਰੇ ਪੱਤਰਕਾਰ ਹਨ ਜਿਹੜੇ ਕਿ ਸਰਕਾਰੀ ਵਧੀਕੀਆਂ ਨੂੰ ਔਰ ਲੋਕਾਂ ਤੱਕ ਪਹੁੰਚਾਉਂਦੇ ਹਨ, ਉਹਨਾਂ ਨੂੰ ਵੀ ਝੂਠੇ ਕੇਸ ਪਾ ਕੇ ਜਿਹੜੇ ਹਨ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ। ਸੋ ਅੱਜ ਦੀ ਇਕੱਤਰਤਾ ਇਹ ਮੰਗ ਕਰਦੀ ਹੈ ਕਿ ਇਹਨਾਂ ਸਾਰਿਆਂ ਨੂੰ ਜਿਹੜਾ ਰਿਹਾ ਕੀਤਾ ਜਾਵੇ। ਤੋ ਇਹ ਜਿਹੜਾ ਜ਼ੁਲਮ ਆ, ਜੇ ਬੇਇਨਸਾਫੀ ਹੈ, ਉਹ ਬੰਦ ਕੀਤੀ ਜਾਵੇ ਤਾਂ ਕਿ ਸਾਰੇ ਨਾਗਰਿਕਤਾ ਨੂੰ ਬਰਾਬਰ ਇਨਸਾਫ ਮਿਲਣ ਦੀ ਉਮੀਦ ਹੈ ਜੋ ਉਹ ਰੱਖੀ ਜਾ ਸਕਦੀ ਹੈ। ਅੱਜ 8 ਅਪ੍ਰੈਲ ਹੈ। 8 ਅਪ੍ਰੈਲ ਬੜਾ ਇਤਿਹਾਸਕ ਦਿਨ ਹੈ। ਇਸ ਦਿਨ 1929 ਦੇ ਵਿੱਚ 8 ਅਪ੍ਰੈਲ 1929 ਨੂੰ ਸ਼ਹੀਦ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਉਸ ਸਮੇਂ ਅੰਗਰੇਜ਼ਾਂ ਦੇ ਰਾਜ ਦੀ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟ ਕੇ ਕਾਲੇ ਕਾਨੂੰਨਾਂ ਵਿਰੁੱਧ ਰੋਸ ਪ੍ਰਗਟਾਇਆ ਸੀ। 1947 ਵਿੱਚ ਭਾਵੇਂ ਇਹ ਕਿਹਾ ਜਾਂਦਾ ਕਿ ਦੇਸ਼ ਆਜ਼ਾਦ ਹੋ ਗਿਆ, ਪਰ ਉਹਦੇ ਤੋਂ ਬਾਅਦ 'ਚ ਵੀ ਅੱਜ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਕਾਲੇ ਕਾਨੂੰਨ ਲਾਗੂ ਹੈ। ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਤਾਕਤਾਂ ਦੇ ਵੱਲੋਂ ਜਿਹੜਾ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਆ ਕਾਲੇ ਕਾਨੂੰਨਾਂ ਦੇ ਖਿਲਾਫ। ਜਿਹੜੇ ਜੇਲ੍ਹਾਂ ਵਿੱਚ ਡੱਕੇ ਬੁੱਧੀਜੀਵੀ ਆ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਿਹੜੇ ਕਾਲੇ ਕਾਨੂੰਨ ਪਿਛਲੇ ਸਮੇਂ ਤੋਂ ਪਾਸ ਕਰਕੇ ਜਿਹਦੇ ਵਿੱਚ ਜ਼ਮਾਨਤ ਦੀ ਵੀ ਵਿਵਸਥਾ ਨਹੀਂ ਹੈ, ਜਿਹਦੇ ਵਿੱਚ ਬੰਦਾ ਆਪਣੀ ਲੀਗਲ ਡਿਫੈਂਸ ਵਾਸਤੇ ਵੀ ਜਿਹੜਾ ਕੋਈ ਚਾਰਾਜੋਈ ਨਹੀਂ ਕਰ ਸਕਦਾ, ਕਿਉਂਕਿ ਉਹਦੇ ਤੱਕ ਜਿਹੜਾ ਵਕੀਲਾਂ ਨੂੰ ਪਹੁੰਚਣ ਦੀ ਜਿਹੜੀ ਸਹੂਲਤ ਵੀ ਨਹੀਂ ਹੁੰਦੀ। ਸੋ ਇਹ ਸਾਰੀਆਂ ਜਿਹੜੀਆਂ ਵਿਵਸਥਾਵਾਂ ਨੇ ਇਹਦੇ ਖਿਲਾਫ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਮੁਜ਼ਾਹਰੇ ਹੋ ਰਹੇ ਆ। ਤੇ ਨਵਾਂ ਸ਼ਹਿਰ ਦੇ ਵਿੱਚ ਵੀ CPIM ਨਿਊ ਡੈਮੋਕ੍ਰੇਸੀ ਵੱਲੋਂ ਇਹ ਜੋ ਮੁਜ਼ਾਹਰਾ ਕੀਤਾ ਜਾ ਰਿਹਾ, ਇਹਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਇਨਸਾਫ ਪਸੰਦ ਲੋਕ, ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਹੈ ਜਿਹੜੇ, ਅਸੀਂ ਵੀ ਇਹਦੀ ਸਪੋਰਟ ਵਿੱਚ ਸ਼ਾਮਲ ਹੋਏ ਹਾਂ। ਅਸੀਂ ਇਹ ਸਮਝਦੇ ਹਾਂ ਕਿ ਇਹ ਬਹੁਤ ਇੱਕ ਮਹੱਤਵਪੂਰਨ ਮਸਲਾ ਹੈ, ਜਿਹਦੇ ਉੱਤੇ ਭਾਰਤ ਦੇ ਲੋਕਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ, ਕਿਉਂਕਿ ਜਿਹੜੇ ਸੰਵਿਧਾਨ ਦੇ ਵਿੱਚ ਸਾਡੇ ਰਾਈਟ ਸੁਰੱਖਿਅਤ ਕੀਤੇ ਗਏ ਸੀ ਇੱਕ ਲੰਬੇ ਸੰਘਰਸ਼ ਤੋਂ ਬਾਅਦ 'ਚ, ਅੰਗਰੇਜ਼ਾਂ ਦੇ ਰਾਜ ਵਿੱਚ ਜੋ ਸੰਘਰਸ਼ ਹੋਏ ਸੀ, ਸਾਡੇ ਦੇਸ਼ ਭਗਤ ਇਨਕਲਾਬੀਆਂ ਨੇ ਕਾਲੇ ਪਾਣੀ ਦੀਆਂ ਜੇਲ੍ਹਾਂ ਦੇ ਖਿਲਾਫ, ਅੰਗਰੇਜ਼ਾਂ ਦੇ ਰਾਜ ਦੇ ਖਿਲਾਫ ਲੜਦਿਆਂ ਜੋ ਸੰਘਰਸ਼ ਕੀਤੇ ਸੀ, ਉਹਦੇ ਨਾਲ ਜੋ ਜਮਹੂਰੀ ਹੱਕ ਪ੍ਰਾਪਤ ਕੀਤੇ ਗਏ ਸੀ, ਆਪਣੀ ਗੱਲ ਕਹਿਣ ਦੇ, ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦੇ ਰਾਈਟ, ਇਕੱਠੇ ਹੋਣ ਦੇ ਰਾਈਟ, ਉਹ ਸਾਰੇ ਜਿਹੜੇ ਅੱਜ ਹਮਲੇ ਦੀ ਮਾਰ ਥੱਲੇ ਆ। ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਪਿਛਲੇ 3.5 ਸਾਲ ਤੋਂ ਭਾਰਤ ਦੇ ਬਹੁਤ ਜਿਹੜੇ ਉੱਘੇ ਬੁੱਧੀਜੀਵੀ ਹੈ, ਜਿਨ੍ਹਾਂ ਦਾ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਉਹਨਾਂ ਨੂੰ ਝੂਠੇ ਕੇਸਾਂ ਦੇ ਤਹਿਤ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ। ਔਰ ਉਹਨਾਂ ਦੇ ਉੱਤੇ ਇਲਜ਼ਾਮ ਇਹ ਲਾਏ ਜਾ ਰਹੇ ਕਿ ਇਹ ਸਰਕਾਰ ਨੂੰ ਉਲਟਾਉਣ ਦੀ, ਸਰਕਾਰ ਦੇ ਖਿਲਾਫ ਹੈ ਜਿਹੜੀ ਇਹ ਯੁੱਧ ਛੇੜਨ ਦੀ ਸਾਜ਼ਿਸ਼ ਰਚ ਰਹੇ ਹੈ। ਪੂਰੀ ਤਰ੍ਹਾਂ ਝੂਠਾ ਇਲਜ਼ਾਮ ਹੈ। ਉਹ ਜਿਹੜੇ ਜਿੰਨੇ ਵੀ ਬੁੱਧੀਜੀਵੀ ਨੇ, ਜਿਹਦੇ ਵਿੱਚ ਪ੍ਰੋਫੈਸਰ ਸ਼ੋਮਾ ਸੈਨ ਹੈ, ਉਹਦੇ ਵਿੱਚ ਪ੍ਰੋਫੈਸਰ GN ਸਾਈ ਬਾਬਾ ਨੇ, ਉਹਦੇ ਵਿੱਚ ਉੱਘੇ ਮਨੁੱਖੀ ਹੱਕਾਂ ਦੇ ਕਾਰਕੁਨ ਗੌਤਮ ਨਵਲੱਖਾ ਨੇ,
ਉਹਦੇ ਵਿੱਚ ਪ੍ਰੋਫੈਸਰ ਬਰਬਰਾ ਰਾਓ ਵਰਗੇ ਉੱਘੇ ਇਨਕਲਾਬੀ ਬੁੱਧੀਜੀਵੀ ਨੇ। ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਜਿਹੜੇ ਕਸ਼ਮੀਰ ਦੇ ਸਿਵਲ ਲਿਬਰਟੀ ਕਮੇਟੀ ਦੇ ਉੱਘੇ ਆਗੂ ਖੁਰਮ ਪਰਵੇਜ਼ ਨੇ ਤੇ ਕਸ਼ਮੀਰੀ ਪੱਤਰਕਾਰ ਫਹਦ ਸ਼ਾਹ ਤੇ ਉੱਥੇ ਉਹਨਾਂ ਦੇ ਨਾਲ ਆਸਿਫ ਸੁਲਤਾਨ ਵਰਗੇ ਪੱਤਰਕਾਰ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ। ਯੂਪੀ ਦੇ ਵਿੱਚ ਜਿਹੜਾ ਇੱਕ ਪੱਤਰਕਾਰ ਸਦੀਕ ਕੱਪਨ ਜਿਹੜੇ ਉੱਥੇ ਇੱਕ ਦਲਿਤ ਲੜਕੀ ਦੇ ਕਤਲ ਤੇ ਉਹਦੇ ਬਲਾਤਕਾਰ ਕਾਂਡ ਦੀ ਕਵਰੇਜ ਕਰਨ ਵਾਸਤੇ ਜਾ ਰਹੇ ਸੀ, ਉਹਨਾਂ ਨੂੰ ਵੀ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ। ਇਹਨਾਂ ਸਾਰਿਆਂ ਦੇ ਉੱਪਰ ਜਿਹੜੇ ਵੱਖ-ਵੱਖ ਉਹ ਕਾਲੇ ਕਾਨੂੰਨ ਲਗਾਏ ਗਏ ਆ ਜਿਹੜੇ ਕਿ ਕਿਸੇ ਵੀ ਜੇਲ੍ਹਬੰਦ ਵਿਅਕਤੀ ਦੀ ਜ਼ਮਾਨਤ ਦੀ ਵੀ ਪ੍ਰੋਵੀਜ਼ਨ ਨਹੀਂ ਦਿੰਦੇ। ਇਹ UAPA ਜਿਹੜਾ ਕਾਨੂੰਨ ਹੈ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ, ਇਹ ਬਣਾਇਆ ਗਿਆ ਅਸਲ ਦੇ ਵਿੱਚ ਅੱਤਵਾਦ ਵਿਰੋਧੀ ਕਾਨੂੰਨ ਦੇ ਨਾਂ ਥੱਲੇ ਕਿ ਅੱਤਵਾਦ ਹੈ ਜਿਹੜਾ ਇਹਦੇ ਤੋਂ ਦੇਸ਼ ਨੂੰ ਖਤਰਾ ਹੈ ਤੇ ਇਸ ਤਰ੍ਹਾਂ ਦੇ ਸਖਤ ਕਾਨੂੰਨ ਦੀ ਜ਼ਰੂਰਤ ਹੈ। ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਹੈ ਇਹ ਅਸਲ ਦੇ ਵਿੱਚ ਲੋਕਾਂ ਦੀ ਜਿਹੜੀ ਸੰਘੀ ਘੁੱਟਣ ਲਈ ਉਹਨਾਂ ਦੀ ਜਿਹੜੀ ਆਪਣੇ ਹੱਕਾਂ ਵਾਸਤੇ ਆਵਾਜ਼ ਉਠਾਉਣ ਦੀ ਤਾਕਤ ਹੈ ਉਹਨੂੰ ਕੁਚਲਣ ਵਾਸਤੇ ਬਣਾਏ ਗਏ ਆ। ਇਹ ਬੜੇ ਖਤਰਨਾਕ ਕਾਨੂੰਨ ਨੇ। ਇਹ ਜਿੱਥੇ ਸੰਵਿਧਾਨ ਦੀ ਜਿਹੜੀ ਸਪਿਰਿਟ ਦੇ ਖਿਲਾਫ ਹੈ ਉੱਥੇ ਨਾਲ ਦੀ ਨਾਲ ਇਹ ਹਰ ਕਿਸਮ ਦੇ ਜਮਹੂਰੀ ਮੁੱਲਾਂ ਦੇ ਖਿਲਾਫ ਹੈ। ਇਹ ਕਾਨੂੰਨ ਹੈ ਜਿਹੜੇ ਤੁਰੰਤ ਖਤਮ ਹੋਣੇ ਚਾਹੀਦੇ ਆ ਤੇ ਇਹ ਜਿਹੜੇ ਬੁੱਧੀਜੀਵੀ ਝੂਠੇ ਕੇਸਾਂ ਦੇ ਤਹਿਤ ਭੀਮਾ ਕੋਰੇਗਾਂਵ ਸਾਜ਼ਿਸ਼ ਕੇਸ ਦੇ ਤਹਿਤ ਬੰਦ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਬਿਮਾਰ ਨੇ, ਬਿਰਧ ਅਵਸਥਾ ਵਿੱਚ ਹੈ ਔਰ ਉਹਨਾਂ ਦੇ ਖਿਲਾਫ ਅੱਜ ਤੱਕ ਜਿਹੜੀ ਕੋਈ ਚਾਰਜ ਸ਼ੀਟ ਵੀ ਪੇਸ਼ ਨਹੀਂ ਕੀਤੀ ਗਈ ਔਰ ਉਹਨਾਂ ਦੇ ਖਿਲਾਫ ਕੋਈ ਸਬੂਤ ਵੀ ਜੁਰਮ ਦਾ ਜਿਹੜਾ ਉਹ ਪੇਸ਼ ਨਹੀਂ ਕੀਤਾ ਗਿਆ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਵੱਲੋਂ ਤੇ ਜਾਂਚ ਏਜੰਸੀਆਂ ਵੱਲੋਂ। ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਇਹਦੇ ਨਾਲ ਜੁੜਿਆ ਹੋਇਆ ਮੁੱਦਾ ਪੰਜਾਬ ਦੇ ਵਿੱਚ ਸਿੱਖ ਕੈਦੀਆਂ ਦਾ ਹੈ। ਬਹੁਤ ਸਾਰੇ ਜਿਹੜੇ ਸਿੱਖ ਨੌਜਵਾਨ ਹੈ ਜਿਹੜੇ ਇੱਕ ਸਮੇਂ ਦੇ ਵਿੱਚ ਵੱਖ-ਵੱਖ ਕੇਸਾਂ ਦੇ ਵਿੱਚ ਜਿਹੜੇ ਅਰੈਸਟ ਕੀਤੇ ਗਏ ਸੀ ਔਰ ਉਹਨਾਂ ਨੂੰ ਕੋਰਟ ਨੇ ਇੱਕ ਅਦਾਲਤੀ ਪ੍ਰਕਿਰਿਆ ਰਾਹੀਂ ਜੋ ਸਜ਼ਾਵਾਂ ਦਿੱਤੀਆਂ ਉਹ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹੈ, ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੇ ਹੋਰ ਬਹੁਤ ਸਾਰੇ ਜਿਹੜੇ ਸਿੱਖ ਜਿਹੜੇ ਬੰਦੀ ਨੇ ਉਹ ਜੇਲ੍ਹਾਂ ਵਿੱਚ ਬੰਦ ਹੈ। ਅਸੀਂ ਇਹ ਸਮਝਦੇ ਹਾਂ ਕਿ ਇਹ ਵੀ ਉਹਨਾਂ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ। ਜਦੋਂ ਇੱਕ ਪਾਸੇ ਉਹਨਾਂ ਨੂੰ ਕੋਰਟ ਨੇ ਜੋ ਸਜ਼ਾਵਾਂ ਦਿੱਤੀਆਂ ਸੀ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਤੇ ਉਹਨਾਂ ਦੀ ਵੀ ਤੁਰੰਤ ਹੈ ਜਿਹੜੀ ਰਿਹਾਈ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹ ਜਿਹੜੀਆਂ ਲੋਕਾਂ ਦੇ ਖਿਲਾਫ ਜਿਸ ਤਰ੍ਹਾਂ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ, ਦਲਿਤਾਂ ਦੇ ਖਿਲਾਫ ਤੇ ਆਮ ਲੋਕਾਂ ਦੇ ਖਿਲਾਫ ਹੈ ਉਹ ਵੀ ਜਿਹੜੀਆਂ ਉਹ ਗੰਭੀਰਤਾ ਨਾਲ ਸੋਚਣ ਦੀ ਮੰਗ ਕਰਦੀਆਂ। ਇਹਨਾਂ ਸਾਰੇ ਸਵਾਲਾਂ ਉੱਤੇ ਆਵਾਜ਼ ਉਠਾਉਣ ਵਾਸਤੇ ਅੱਜ ਇੱਥੇ ਜਿਹੜੀ ਇਹ CPI-ML ਨਿਊ ਡੈਮੋਕ੍ਰੇਸੀ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਮਜ਼ਦੂਰ ਸ਼ਾਮਲ ਨੇ, ਜਿਹਦੇ ਵਿੱਚ ਕਿਸਾਨ ਸ਼ਾਮਲ ਹੈ, ਜਿਹਦੇ ਵਿੱਚ ਵੱਖ-ਵੱਖ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ ਤੇ ਹੋਰ ਇਨਸਾਫ-ਪਸੰਦ ਲੋਕ ਸ਼ਾਮਲ ਨੇ, ਇਹਦੇ ਵਿੱਚ ਔਰਤਾਂ ਸ਼ਾਮਲ ਨੇ। ਇਹਨਾਂ ਸਾਰਿਆਂ ਦੀ ਮੰਗ ਇਹੀ ਹੈ ਕਿ ਜਿਹੜੇ ਸਾਡੇ ਜਮਹੂਰੀ ਅਧਿਕਾਰ ਹੈ ਉਹ ਬਹਾਲ ਕੀਤੇ ਜਾਣ, ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣਾ ਬੰਦ ਕੀਤਾ ਜਾਵੇ, ਬੁੱਧੀਜੀਵੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਇਹਦੇ ਨਾਲ ਦੀ ਨਾਲ ਜਿਹੜੀਆਂ ਆਰਥਿਕ ਖੇਤਰ ਦੀਆਂ ਮੰਗਾਂ ਨੇ ਉਹ ਵੀ ਮਹੱਤਵਪੂਰਨ ਹੈ, ਜਿਹਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਇਹ ਪ੍ਰੀਪੇਡ ਮੀਟਰ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਵੀ ਇੱਕ ਵੱਖਰੇ ਤੌਰ ਤੇ ਮੰਗ ਉਠਾਈ ਜਾ ਰਹੀ ਹੈ। ਡੀਜ਼ਲ ਪੈਟਰੋਲ ਦੀਆਂ ਕੀਮਤਾਂ, ਗੈਸ ਸਿਲੰਡਰ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਵਧੀਆਂ ਨੇ ਪਿਛਲੇ ਸਮੇਂ ਦੇ ਵਿੱਚ, ਲੋਕਾਂ ਦੇ ਉੱਤੇ ਲੱਕ ਤੋੜ ਮਹਿੰਗਾਈ ਨੇ ਬਹੁਤ ਵੱਡੀ ਮਾਰ ਕੀਤੀ ਹੋਈ ਹੈ, ਇਹਨਾਂ ਨੂੰ ਵਾਪਸ ਲੈਣ ਦੀ ਮੰਗ ਵੀ ਹੈ ਜਿਹੜੀ ਉਠਾਈ ਜਾ ਰਹੀ ਹੈ। ਸੋ ਅੱਜ ਦੇ ਜਿਹੜੇ ਇਹ ਪ੍ਰੋਟੈਸਟ ਹੈ ਇਹ ਬਹੁਤ ਇੱਕ ਮਹੱਤਵਪੂਰਨ ਸੰਦੇਸ਼ ਹੈ ਸਾਡੇ ਦੇਸ਼ ਦੇ ਲੋਕਾਂ ਦੇ ਲਈ ਕਿ ਅਸਲ ਦੇ ਵਿੱਚ ਚਾਹੇ 1947 ਤੋਂ ਬਾਅਦ ਜਿਹੜੇ ਅੰਗਰੇਜ਼ਾਂ ਦਾ ਰਾਜ ਖਤਮ ਹੋ ਗਿਆ ਸੀ, ਸਾਡੇ ਇੱਥੋਂ ਦੇ ਦੇਸ਼ ਦੇ ਹੁਕਮਰਾਨ ਰਾਜ ਕਰਦੇ ਆ, ਪਰ ਇਹਨਾਂ ਦੇ ਵੱਲੋਂ ਸਾਡੇ ਆਪਣੇ ਹੀ ਲੋਕਾਂ ਦੇ ਖਿਲਾਫ ਇੱਕ ਜਿਹੜੀ ਜੰਗ, ਅਣ-ਐਲਾਨੀ ਜੰਗ ਹੈ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ। ਉਹ ਆਰਥਿਕ ਖੇਤਰ ਦੇ ਵਿੱਚ ਵੀ ਹੈ, ਉਹ ਜਮਹੂਰੀ ਹੱਕਾਂ ਦੇ ਉੱਤੇ ਹਮਲਿਆਂ ਦੇ ਰੂਪ ਵਿੱਚ ਵੀ ਹੈ, ਉਹ ਜੇਲ੍ਹਾਂ ਦੇ ਵਿੱਚ ਲੋਕਾਂ ਨੂੰ ਸਾੜਨ ਦੇ ਰੂਪ ਵਿੱਚ ਵੀ ਹੈ, ਉਹ ਪ੍ਰੈਸ ਦੀ ਇਹ ਅਣ-ਐਲਾਨੀ ਤਾਨਾਸ਼ਾਹੀ ਹੈ ਇਹ ਖਤਮ ਹੋਣੀ ਚਾਹੀਦੀ ਹੈ। ਲੋਕਾਂ ਦੇ ਅਧਿਕਾਰ ਬਹਾਲ ਹੋਣੇ ਚਾਹੀਦੇ ਆ ਔਰ ਉਹਨਾਂ ਦੀਆਂ ਜਿਹੜੀਆਂ ਜੈਨੂਇਨ ਡਿਮਾਂਡਸ ਨੇ ਉਹਨਾਂ ਦੀ ਤੁਰੰਤ ਉਹਨਾਂ ਦੇ ਨਾਲ ਗੱਲਬਾਤ ਦੇ ਰਾਹੀਂ ਸੁਣਵਾਈ ਹੋਣੀ ਚਾਹੀਦੀ ਹੈ ਔਰ ਪੁਲਿਸ ਫੋਰਸ ਦੀ ਜਿਹੜੀ ਵਰਤੋਂ ਹੈ ਲੋਕਾਂ ਦੇ ਖਿਲਾਫ ਇਹ ਬੰਦ ਹੋਣੀ ਚਾਹੀਦੀ ਹੈ, ਜਿਹਦਾ ਮਕਸਦ ਹੈ ਜਿਹੜਾ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨਾ ਹੈ, ਪਰ ਇਹਦੀ ਜਿਹੜੀ ਵਰਤੋਂ ਆ ਉਹ ਪੀਸਫੁਲ ਆਵਾਜ਼ ਉਠਾਉਣ ਵਾਲੇ ਲੋਕਾਂ ਦੇ ਖਿਲਾਫ ਕੀਤੀ ਜਾ ਰਹੀ ਹੈ। ਅਸੀਂ ਇਹ ਸਮਝਦੇ ਹਾਂ ਕਿ ਜਮਹੂਰੀ ਹੱਕਾਂ ਦੇ ਉੱਤੇ ਬਹੁਤ ਇੱਕ ਵੱਡਾ ਹਮਲਾ ਹੈ ਔਰ ਇਹ ਦੇਸ਼ ਦੇ ਭਵਿੱਖ ਵਾਸਤੇ ਖਤਰਨਾਕ ਹੈ ਤੇ ਇਹਦੇ ਨਾਲ ਦੀ ਨਾਲ ਜਿਵੇਂ ਧਾਰਮਿਕ ਘੱਟ ਗਿਣਤੀਆਂ ਦੇ ਉੱਤੇ ਹਮਲੇ ਹੋ ਰਹੇ ਆ, ਦੇਸ਼ ਵਿੱਚ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਭੜਕਾਈ ਜਾ ਰਹੀ ਹੈ, ਕੁਝ ਜਿਹੜੀਆਂ ਝੂਠ ਦੇ ਉੱਤੇ ਆਧਾਰਿਤ ਤੱਥਾਂ ਨੂੰ ਤੋੜ ਮਰੋੜ ਕੇ ਜਿਹੜੀਆਂ ਅਸਲ 'ਚ ਫਿਲਮਾਂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਨਫ਼ਰਤ ਭੜਕਾਈ ਜਾ ਰਹੀ ਹੈ, ਇਹ ਵੀ ਬਹੁਤ ਖਤਰਨਾਕ ਰੁਝਾਨ ਹੈ। ਇਹ ਲੋਕਾਂ ਨੂੰ ਜਿੱਥੇ ਉਹਨਾਂ ਦੇ ਅਸਲ ਮਸਲਿਆਂ ਤੋਂ ਭਟਕਾਉਂਦਾ ਉੱਥੇ ਨਾਲ ਦੀ ਨਾਲ ਅਸਲ ਦੇ ਵਿੱਚ ਇਹ ਜਿਹੜਾ ਦੇਸ਼ ਦੇ ਅੰਦਰ ਲੋਕਾਂ ਦੇ ਅੰਦਰ
ਭਾਈਚਾਰਕ ਸਾਂਝ ਨੂੰ ਵੀ ਤੋੜਦਾ। ਔਰ ਇਹ ਜਿਹੜੀ ਨਫ਼ਰਤ ਦੀ ਸਿਆਸਤ ਹੈ ਇਹ ਦੇ ਖਿਲਾਫ ਵੀ ਅਸੀਂ ਅੱਜ ਜ਼ੋਰਦਾਰ ਆਵਾਜ਼ ਉਠਾ ਰਹੇ ਹਾਂ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਲੋਕਾਂ ਨੂੰ ਇਹਨਾਂ ਸਾਰੀ ਮੁੱਦਿਆਂ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ, ਸੜਕਾਂ ਦੇ ਉੱਤੇ ਆਉਣਾ ਚਾਹੀਦਾ। ਔਰ 8 ਅਪ੍ਰੈਲ ਨੂੰ ਜਦੋਂ ਸ਼ਹੀਦ ਭਗਤ ਸਿੰਘ ਹੋਰਾਂ ਨੇ ਆਵਾਜ਼ ਉਠਾਈ ਸੀ ਕਾਲੇ ਕਾਨੂੰਨਾਂ ਦੇ ਖਿਲਾਫ, ਉਦੋਂ ਦਾ ਹੀ ਉਸੇ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚ ਬਣਿਆ ਹੋਇਆ। ਤੇ ਸਾਨੂੰ ਅੱਜ ਇਹਨਾਂ ਮਸਲਿਆਂ ਦੇ ਉੱਤੇ ਜ਼ੋਰਦਾਰ ਆਵਾਜ਼ ਉਠਾਉਣ ਵਾਸਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਸੜਕਾਂ ਦੇ ਉੱਤੇ ਆਉਣਾ ਚਾਹੀਦਾ। ਇਹੀ ਸੰਦੇਸ਼ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਹੈ ਉਹ ਦੇ ਰਹੇ ਨੇ। ਬੁੱਧੀਜੀਵੀ ਬਹੁਤ ਸਾਲਾਂ ਤੋਂ ਅੰਦਰ ਟੱਕੇ ਹੋਆ ਜਿਹੜੇ ਸਰਕਾਰ ਨੂੰ ਕਹਿੰਦੇ ਆ ਕਿ ਜਿਹੜੀਆਂ ਤੁਹਾਡੀਆਂ ਨੀਤੀਆਂ ਬਿਲਕੁਲ ਗਲਤ ਆ, ਦੇਸ਼ ਵਿੱਚ ਗਰੀਬੀ ਅਮੀਰੀ ਦਾ ਪਾੜਾ ਬਹੁਤ ਵੱਧ ਰਿਹਾ। ਜਿਹੜਾ ਵੀ ਦੇਸ਼ ਤੇ ਜਲ ਜੰਗਲ ਜ਼ਮੀਨ ਨੂੰ ਬਚਾਉਣ ਦੀ ਗੱਲ ਕਰਦਾ ਉਹਨੂੰ ਚੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ। ਸਾਡੇ ਸਿੱਖ ਬੁੱਧੀਜੀਵੀ ਜਿਹੜੇ ਪ੍ਰੋਫੈਸਰ ਭੁੱਲਰ ਜੀ, ਹਲਵਾਰਾ ਜੀ ਤੇ ਹੋਰ ਵੀ ਬਹੁਤ ਸਾਰੇ ਜਿਹੜੇ 1984 ਦੇ ਗੁਰਦੁਆਰਾ ਸਾਹਿਬ ਤੇ ਜਦ ਕਾਂਗਰਸ ਨੇ ਹਮਲਾ ਕੀਤਾ ਸੀ ਉਹ ਵੀ ਅੰਦਰ ਹੀ ਆ। ਉਹਨਾਂ ਨੂੰ ਕਿੰਨਾ ਸਮਾਂ ਹੋ ਗਿਆ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਇੱਕ ਪਾਸੇ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਆ, ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਆ ਕਿ ਬੰਦੇ ਜੇਲ੍ਹਾਂ ਵੀ ਪੂਰੀਆਂ ਕਰ ਜਾਣ ਤਾਂ ਤੁਸੀਂ ਆਉਣ ਤੱਕ ਵੀ ਨਹੀਂ ਬਾਹਰ ਉਹਨਾਂ ਨੂੰ ਦਿੰਦੇ। ਸੋ ਅਸੀਂ ਸਾਰਿਆਂ ਨੇ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ। ਇਹ ਜਿਹੜਾ ਦੇਸ਼ ਆ ਇਹ ਕਾਰਪੋਰੇਟ ਘਰਾਣੇ ਇੱਥੇ ਬੈਠੇ ਕਾਬਜ ਹੋ ਕੇ, ਇਹ ਸਰਕਾਰਾਂ ਉਹਨਾਂ ਦੀਆਂ ਕਠਪੁਤਲੀਆਂ ਆ। ਜੋ ਕਾਰਪੋਰੇਟ ਘਰਾਣੇ ਕਹਿੰਦੇ ਉਹੀ ਕਰਦੇ ਆ। ਜਿਹੜੇ ਲੋਕ ਆ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਬੋਲਦੇ ਆ, ਜਥੇਬੰਦੀਆਂ ਪਾਰਟੀਆਂ ਬੋਲਦੀਆਂ, ਉਹਨਾਂ ਨੂੰ ਚੱਕ ਕੇ ਅੰਦਰ ਸਿੱਟਦੇ ਆ। ਕਿੰਨੇ ਪੱਤਰਕਾਰਾਂ ਦਾ ਇਹ ਕਤਲ ਕਰਵਾ ਚੁੱਕੇ ਆ, ਕਿੰਨੇ ਪੱਤਰਕਾਰਾਂ ਨੂੰ ਨਹੀਂ ਜੇਲ੍ਹਾਂ ਦੇ ਵਿੱਚ ਸਿੱਟਿਆ। ਤੇ ਬਹੁਤ ਸਾਰੇ ਪੱਤਰਕਾਰ ਆ, ਅੱਜ ਵੀ ਇੱਕ ਘਟਨਾ ਆ, ਪੱਤਰਕਾਰ ਨੂੰ ਫੜ ਕੇ ਉਹਨੂੰ ਜੇਲ੍ਹ ਦੇ ਵਿੱਚ ਜਾ ਕੇ ਉਹਨੂੰ ਨੰਗਾ ਕੀਤਾ ਗਿਆ ਥਾਣੇ ਚਲ ਜਾ ਕੇ। ਇਹ ਕਿੱਥੋਂ ਦੀ ਜਮਹੂਰੀਅਤ, ਕਿੱਥੋਂ ਦੀ ਲੋਕਤੰਤਰ ਹੈ ਜਿਹੜਾ ਸਾਡੇ ਚੌਥਾ ਥੰਮ ਜਿਹਨੇ ਸਾਨੂੰ ਬਚਾ ਕੇ ਰੱਖਣਾ। ਸਾਡੀਆਂ ਦੁੱਖ ਤਕਲੀਫਾਂ ਲੋਕਾਂ ਨੇ ਲੈ ਕੇ ਜਾਣੀਆਂ, ਉਹਨਾਂ ਦੇ ਉੱਤੇ ਹਮਲੇ ਹੋ ਰਹੇ ਆ। ਅਸੀਂ ਸਾਰਿਆਂ ਦੇ ਉਹਨਾਂ ਦੇ ਹੱਕ ਵਿੱਚ ਖੜੇ ਆ ਵੀ ਉਹਨਾਂ ਸਾਰਿਆਂ ਨੂੰ ਰਿਹਾ ਕੀਤਾ ਜਾਵੇ, ਪੱਤਰਕਾਰਾਂ ਦੇ ਉੱਤੇ ਹਮਲੇ ਕੀਤੇ ਬੰਦ ਕੀਤੇ ਜਾਣ, ਸਿੰਘਾਂ ਦੀ ਸਾਰੇ ਰਿਹਾਈ ਹੋਵੇ, ਬੁੱਧੀਜੀਵੀਆਂ ਦੀ ਰਿਹਾਈ ਹੋਵੇ। ਤੁਹਾਡਾ ਸਾਰਿਆਂ ਦਾ ਧੰਨਵਾਦ। ਅੱਜ 8 ਅਪ੍ਰੈਲ ਵਾਲੇ ਦਿਨ ਸ਼ਹੀਦ ਭਗਤ ਸਿੰਘ ਹੋਣਾ ਨੇ ਅਸੈਂਬਲੀ 'ਚ ਬੰਬ ਸਿੱਟਿਆ ਸੀ। ਜਿਹੜੇ ਅਧਿਕਾਰ ਅੰਗਰੇਜ਼ ਖੋਹਣਾ ਚਾਹੁੰਦੇ ਸੀ ਉਹਨਾਂ ਦੇ ਖਿਲਾਫ ਉਹਨਾਂ ਦਾ ਪ੍ਰੋਟੈਸਟ ਸੀ। ਤੇ ਅਸੀਂ ਵੀ ਅੱਜ ਦੇ ਦਿਨ ਭਾਰਤੀ ਕਮਿਊਨਿਸਟ ਪਾਰਟੀ, ਮਾਰਕਸਵਾਦੀ, ਲੈਨਨਵਾਦੀ, ਨਿਊ ਡੈਮੋਕ੍ਰੇਸੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਬੁੱਧੀਜੀਵੀ ਹੈ, ਪੱਤਰਕਾਰ ਹੈ, ਜਿਹੜੇ ਬਿਨਾਂ ਮੁਕੱਦਮੇ ਚਲਾਣ ਤੋਂ ਜਿਹੜੇ ਅੰਦਰ ਦਿੱਤੇ ਹੋਏ ਆ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਆ। ਤੇ ਜਿਹੜੇ ਸਜ਼ਾ ਭੁਗਤ ਚੁੱਕੇ ਕੈਦੀ ਹੈ, ਜਿਹਦੇ 'ਚ ਦਵਿੰਦਰਪਾਲ ਭੁੱਲਰ ਹੋਣੀ ਹੈ ਜਾਂ ਹੋਰ ਵੀ ਬਹੁਤ ਸਾਰੇ ਸਿੱਖ ਕੈਦੀ ਵੀ ਆ ਤੇ ਉਹਨਾਂ ਤੋਂ ਬਗੈਰ ਵੀ ਆ, ਉਹਨਾਂ ਦੀ ਰਿਹਾਈ ਦੀ ਤੁਰੰਤ ਜਿਹੜੀ ਮੰਗ ਕਰਦੇ ਆ। ਅਸੀਂ ਸਮਝਦੇ ਹਾਂ ਕਿ ਜਿਨ੍ਹਾਂ ਨੇ ਕਾਨੂੰਨ ਮੁਤਾਬਕ ਸਜ਼ਾਵਾਂ ਭੁਗਤ ਲਈਆਂ ਉਹਨਾਂ ਨੂੰ ਅੰਦਰ ਰੱਖਣਾ ਕਿਸੇ ਵੀ ਤਰ੍ਹਾਂ ਜਿਹੜਾ ਉਹ ਵਾਜਬ ਨਹੀਂ ਹੈ। ਉਹਦੇ ਲਈ ਅਸੀਂ ਅੱਜ ਬੱਸ ਅੱਡਾ ਨਵਾਂ ਸ਼ਹਿਰ ਤੋਂ ਇਕੱਠੇ ਹੋ ਕੇ ਪ੍ਰੋਟੈਸਟ ਹੈ ਜਿਹੜਾ ਉਹ ਸਾਰੇ ਸ਼ਹਿਰ ਦੇ ਵਿੱਚ ਕੀਤਾ ਤੇ DC ਸਾਹਿਬ ਨੂੰ ਮੈਮੋਰੈਂਡਮ ਹੈ ਜਿਹੜਾ ਉਹ ਦਿੱਤਾ ਹੈ। ਕੀ ਲੱਗਦਾ ਵੀ ਦੇਸ਼ ਦੀ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਇਸ ਤਰ੍ਹਾਂ ਦੀ ਅੱਜ ਵੀ ਕਰਨੇ ਪੈ ਰਹੇ ਕਾਰਨ ਕੀ? ਦੇਖੋ, ਭਗਤ ਸਿੰਘ ਹੋਣਾ ਨੇ ਤਾਂ ਬੜਾ ਹੀ ਸਾਫ਼ ਕਿਹਾ ਸੀਗਾ ਬਈ ਜਿਹੜੇ ਅੰਗਰੇਜ਼ ਇੱਥੋਂ ਚਲੇ ਜਾਣਗੇ, ਕਾਲੇ ਅੰਗਰੇਜ਼ ਜਿਹੜੇ ਇੱਥੇ ਆ ਜਾਣਗੇ, ਇੱਕ ਸਮਝੌਤਾ 47 'ਚ ਹੋਏਗਾ ਤੇ ਫਿਰ ਤੁਹਾਨੂੰ ਮੇਰੀ ਯਾਦ ਆਏਗੀ। ਤੇ ਉਹੀ ਜਿਹੜਾ ਹੋਇਆ, ਅੰਗਰੇਜ਼ ਜਿਹੜਾ ਬੈਕਡੋਰ ਰਾਹੀਂ ਅੱਜ ਵੀ ਸਾਡੇ ਦੇਸ਼ 'ਤੇ ਰਾਜ ਕਰ ਰਹੇ ਆ। ਸਾਮਰਾਜ ਦੇਸ਼ 'ਚੋਂ ਕਿਤੇ ਨਹੀਂ ਗਿਆ। ਅੱਜ ਵੀ ਸਾਡੇ ਦੇਸ਼ ਦੇ ਹਾਕਮ ਹੈ ਜਿਹੜੇ ਉਹ ਸਾਮਰਾਜੀਆਂ ਦੀ ਦਲਾਲੀ ਕਰ ਰਹੇ ਆ ਤੇ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਉਹਨਾਂ ਦੇ ਏਜੰਡਿਆਂ ਨੂੰ ਜਿਹੜਾ ਧੱਕ ਰਹੇ ਆ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਨੂੰ ਉਹ ਦੋਮ ਦਰਜੇ ਦੇ ਉੱਤੇ ਰੱਖਦੇ ਆ। ਇਸੇ ਕਰਕੇ ਜਿਹੜੇ ਉਹਨਾਂ ਸਾਮਰਾਜੀਆਂ ਨੂੰ ਚੀਜ਼ਾਂ ਫਿੱਟ ਬੈਠਦੀਆਂ ਉਹਦੇ ਲਈ ਹਰ ਤਰ੍ਹਾਂ ਦੇ ਦਮਨ ਕਰਨ ਦੇ ਲਈ ਜਿਹੜਾ ਸਰਕਾਰਾਂ ਤਿਆਰ ਹੋ ਜਾਂਦੀਆਂ। ਜਿਹੜੇ ਬੁੱਧੀਜੀਵੀ ਅੰਦਰ ਕੀਤੇ ਹੋਏ ਆ ਇਹ ਵੀ ਕੋਈ ਝਾਰਖੰਡ ਤੋਂ ਹੈ, ਕੋਈ ਦੂਜੇ ਤੋਂ ਹੈ। ਜਿਹੜੇ ਮਲਟੀਨੈਸ਼ਨਲ ਕੰਪਨੀਆਂ ਜਿਹੜੇ ਲੋਕਾਂ ਦੇ ਰਿਸੋਰਸਿਸ ਹੈ, ਦੇਸ਼ ਦੇ ਰਿਸੋਰਸਿਸ ਹੈ, ਉਹਨਾਂ ਦੀ ਲੁੱਟ ਕਰਦੀਆਂ ਔਰ ਉਹਨਾਂ ਨੂੰ ਉਜਾਗਰ ਕਰਦੇ ਆ, ਉਹਨਾਂ ਦੇ ਖਿਲਾਫ ਲਿਖਦੇ ਆ। ਉਹ ਇਸੇ ਕਰਕੇ ਉਹਨਾਂ ਨੂੰ ਝੂਠੇ ਕੇਸ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ 'ਚ ਸ਼ਾਮਲ ਹੈ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ। ਤੇ ਇਸ ਕਰਕੇ ਇਹ ਵੀ ਡੰਡੇ ਦਾ ਰਾਜ ਹੈ ਹਜੇ ਵੀ ਦੇਸ਼ 'ਚ। ਤੇ ਜਿਹੜੀ BJP ਦੀ ਸਰਕਾਰ ਆਈ ਹੈ ਇਹ ਇੱਕ ਤਾਂ ਕਾਰਪੋਰੇਟਸ ਨੂੰ ਪ੍ਰਮੋਟ ਕਰ ਰਹੀ ਹੈ ਤੇ ਦੂਜਾ ਹਿੰਦੂਤਵ ਦਾ ਏਜੰਡਾ ਜਿਹੜਾ ਉਹਨੂੰ ਲਾਗੂ ਕਰ ਰਹੀ ਹੈ।
ਇਹ ਸੰਘ ਦੀਆਂ ਪਾਲਿਸੀਆਂ ਦੇ ਉੱਤੇ ਜਿਹੜੀ ਚੱਲਦੀ ਆ ਤੇ ਹਿੰਦੁਸਤਾਨ ਦੀ ਪੂਰੀ ਡੈਮੋਗ੍ਰਾਫੀ ਨੂੰ ਵੀ ਚੇਂਜ ਕਰਨਾ ਚਾਹੁੰਦੀ ਆ, ਹਿੰਦੁਸਤਾਨ ਦੀ ਵੰਨ-ਸੁਵੰਨਤਾ ਨੂੰ ਖਤਮ ਕਰਨਾ ਚਾਹੁੰਦੀ ਆ, ਹਿੰਦੁਸਤਾਨ ਦੀਆਂ ਵੱਖਰੀਆਂ ਦੇਸ਼ ਦੀਆਂ ਭਾਸ਼ਾਵਾਂ ਹੈ ਜਿਹੜੀਆਂ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਆ, ਧਾਰਮਿਕ ਘੱਟ ਗਿਣਤੀਆਂ ਤੇ ਲਗਾਤਾਰ ਹਮਲੇ ਕਰ ਰਹੀ ਆ। ਕਦੀ ਇਹ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੀ ਆ ਤੇ ਕਦੀ ਈਸਾਈਆਂ ਨੂੰ ਬਣਾਉਂਦੀ ਆ ਤੇ ਕਦੀ ਇਹ ਹੋਰ ਧਰਮਾਂ ਦੇ ਲੋਕਾਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੀ ਆ। ਇਸ ਕਰਕੇ ਅੱਜ ਫਿਰ ਜ਼ਰੂਰਤ ਹੈ ਮੁੜ ਜੰਗੇ ਆਜ਼ਾਦੀ ਦੀ, ਕਿਉਂਕਿ ਇਹ ਪੂਰਨ ਆਜ਼ਾਦੀ ਨਹੀਂ ਹੈ, ਇਹ ਕਾਰਪੋਰੇਟਸ ਦੀ ਆਜ਼ਾਦੀ ਆ, ਸਰਮਾਏਦਾਰਾਂ ਦੀ ਆਜ਼ਾਦੀ ਆ, ਉਹਦੇ ਲਈ ਇਹ ਕੰਮ ਕਰਦੇ। ਅੱਜ ਅਸੀਂ ਜਿਹੜਾ 8 ਅਪ੍ਰੈਲ ਜਿਹੜਾ ਦਿਵਸ ਆ ਜਿਹਦੇ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟ ਕੇ ਜਿਹੜਾ ਗੂੰਗੇ ਜਿਹੜੇ ਬੋਲੇ ਸੀ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ। ਅੱਜ ਅਸੀਂ ਵੀ ਉਸੇ ਦਿਨ ਦੀ ਮਹੱਤਤਾ ਨੂੰ ਰੱਖਦੇ ਹੋਏ ਅੱਜ ਪ੍ਰੋਟੈਸਟ ਕੀਤਾ ਆ। ਜਿਹੜੀ ਸਰਕਾਰ ਬਿਲਕੁਲ ਗੂੰਗੀ ਬੋਲੀ ਹੋ ਚੁੱਕੀ ਆ, ਲੋਕਾਂ ਦੀ ਜਿਹੜੀ ਆਵਾਜ਼ ਨਹੀਂ ਸੁਣ ਰਹੀ ਹੈਗੀ, ਸਿਆਸੀ ਜਿਹੜੇ ਕੈਦੀ ਆ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਹੈਗੀ, ਜਿਹਦੇ ਵਿੱਚ ਬਹੁਤ ਸਾਰੇ ਹੈਗੇ ਦਲਿਤ ਜਿਹੜੇ ਕਾਰਕੁਨ ਹੈਗੇ ਆ, ਉਹ ਵੀ ਹੈਗੇ ਆ, ਪੱਤਰਕਾਰ ਵੀ ਹੈਗੇ ਆ, ਬੁੱਧੀਜੀਵੀ ਵੀ ਹੈਗੇ ਆ। ਸਾਡੀ ਇਹ ਮੰਗ ਆ ਵੀ ਉਹਨਾਂ ਸਾਰੇ ਸਿਆਸੀ ਕੈਦੀ ਜਿਹੜੇ ਵੀ ਜੰਗ ਆਪਣੀ ਜਿਹੜੀ ਕੈਦ ਆ ਜਿਹੜੀ ਉਹ ਭੁਗਤ ਚੁੱਕੇ ਆ, ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਆ। ਔਰ ਦੂਸਰੀ ਮੰਗ ਇਹ ਹੈ ਵੀ ਜਿਹੜੇ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਵੱਲੋਂ ਆਦੇਸ਼ ਤੇ ਪ੍ਰੀਪੇਡ ਜਿਹੜੇ ਮੀਟਰ ਬਿੱਲ ਆ ਉਹ ਲਗਾ ਰਹੀ ਆ, ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ, ਕਿਉਂਕਿ ਜਦੋਂ ਪ੍ਰੀਪੇਡ ਮੀਟਰ ਬਿੱਲ ਲੱਗਣੇ ਆ ਤਾਂ ਬਹੁਤ ਸਾਰੇ ਲੋਕਾਂ ਦੇ ਹੱਥਾਂ ਦੇ ਵਿੱਚੋਂ ਜਿਹੜੀ ਆ ਬਿਜਲੀ ਖੁੱਸ ਜਾਣੀ ਹੈ, ਕਿਉਂਕਿ ਲੋਕਾਂ ਦੀਆਂ ਪਹਿਲਾਂ ਹੀ ਜਿਹੜੀਆਂ ਆਰਥਿਕ ਤੰਗੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਚੱਲ ਰਹੀਆਂ ਆ, ਲੋਕਾਂ ਕੋਲੇ ਆਪਣੀਆਂ ਬੱਚਿਆਂ ਦੀਆਂ ਪੜ੍ਹਾਈਆਂ ਲਈ ਫੀਸਾਂ ਨਹੀਂ ਹੈਗੀਆਂ, ਤਾਂ ਜਿਸ ਤਰੀਕੇ ਨਾਲ ਇਹ ਪ੍ਰੀਪੇਡ ਜਿਹੜੇ ਮੀਟਰ ਬਿੱਲ ਲੱਗਣਗੇ ਤਾਂ ਲੋਕਾਂ ਦੇ ਜਿਹੜੇ ਆ ਹੱਥਾਂ ਵਿੱਚੋਂ ਬਿਜਲੀ ਜਿਹੜੀ ਖੁੱਸ ਜਾਣੀ ਹੈ, ਕਿਉਂਕਿ ਕੋਈ ਵੀ ਜਿਹੜਾ ਆਮ ਵਿਅਕਤੀ ਆ ਉਹ ਰੀਚਾਰਜ ਕਰਵਾ ਕੇ ਜਿਹੜਾ ਆਪਣਾ ਬਿੱਲ ਨਹੀਂ ਭਰ ਸਕਦਾ, ਕਿਉਂਕਿ ਜਦੋਂ ਕਿਸੇ ਦੇ ਫੋਨ ਦੇ ਵਿੱਚੋਂ ਰੀਚਾਰਜ ਖਤਮ ਹੋ ਜਾਂਦਾ ਤਾਂ ਘੱਟੋ ਘੱਟ 5-6 ਦਿਨ ਹੋ ਜਾਂ ਹਫ਼ਤਾ ਉਹਨੂੰ ਆਪਣੇ ਫੋਨ ਦੇ ਵਿੱਚ ਰੀਚਾਰਜ ਕਰਵਾਉਣ ਲੱਗ ਜਾਂਦਾ। ਤਾਂ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਫੋਨ 'ਚ ਇੱਕ ਵਿਅਕਤੀ ਕੋਲੇ ਰੀਚਾਰਜ ਕਰਵਾਉਣ ਲਈ ਪੈਸੇ ਨਹੀਂ ਹੈਗੇ ਤਾਂ ਆਪਣੇ ਜਿਹੜੇ ਪ੍ਰੀਪੇਡ ਮੀਟਰ ਆ ਇਹਨਾਂ ਦਾ ਜਿਹੜਾ ਰੀਚਾਰਜ ਆ ਉਹ ਨਹੀਂ ਕਰਵਾ ਸਕਦੇ। ਇਸ ਲਈ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਕਰਦੇ ਹੋਏ ਅਸੀਂ ਮੰਗ ਕਰਦੇ ਹਾਂ ਵੀ ਇਹ ਜਿਹੜੇ ਪ੍ਰੀਪੇਡ ਮੀਟਰ ਆ ਇਹ ਬੰਦ ਕਰਨੇ ਚਾਹੀਦੇ। ਦੂਸਰੇ ਜਿਹੜਾ ਸਿਆਸੀ ਕੈਦੀ ਆ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ।